जी अस्सलाम वालेकुम दोस्तों। ਤੁਹਾਡਾ ਦੋਸਤ ਤੁਹਾਡਾ ਬੇਲੀ ਡਾਕਟਰ ਲਾਲਾ ਇੱਕ ਦਫਾ ਬਹੁਤ ਸਾਲਾਂ ਬਾਅਦ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਤੇ ਉਮੀਦ ਕਰਦਾ ਕਿ ਤੁਸੀਂ ਲੋਕ ਵੀ ਸਭ ਠੀਕ ਠਾਕ ਹੋਣਗੇ। ਤੇ ਜਨਾਬ ਦੀ ਖਿਦਮਤ 'ਚ ਅੱਜ ਮੈਂ ਇੱਕ ਬਹੁਤ ਹੀ ਅਹਿਮ ਤੇ ਬਹੁਤ ਹੀ ਦਿਲਕਸ਼ ਟੌਪਿਕ ਲੈ ਕੇ ਹਾਜ਼ਰ ਹੋਇਆ ਹਾਂ। ਜਾਨਵਰਾਂ ਦੀ ਨਸਲਕਸ਼ੀ ਦੇ ਬਾਰੇ 'ਚ। ਜਾਨਵਰ ਨਸਲਕਸ਼ੀ ਦਾ ਕੀ ਮਤਲਬ ਹੈ ਤੇ ਨਸਲਕਸ਼ੀ ਦੇ ਵਿੱਚ ਕੀ ਚੀਜ਼ਾਂ ਨੂੰ ਮੱਦੇਨਜ਼ਰ ਰੱਖਣਾ ਚਾਹੀਦਾ ਹੈ ਤੇ ਜਿਹੜੇ ਜਾਨਵਰ ਹੀਟ 'ਤੇ ਨਹੀਂ ਆਉਂਦੇ, ਸਾਲ ਸਾਡੇ ਕੋਲ ਰਹਿੰਦੇ ਨੇ, ਕ੍ਰਾਸ ਨਹੀਂ ਹੁੰਦੇ, ਉਹਨਾਂ ਦਾ ਕੀ ਸੋਲੂਸ਼ਨ ਕੀਤਾ ਜਾ ਸਕਦਾ ਹੈ, ਉਹਨਾਂ ਦਾ ਕੀ ਮੈਡੀਕਲ ਇੰਜੈਕਸ਼ਨ ਵਗੈਰਾ ਲਾਏ ਜਾ ਸਕਦੇ ਨੇ ਤੇ ਉਹਨਾਂ ਵਾਸਤੇ ਕਿਹੜੇ ਦੇਸੀ ਟੋਟਕੇ ਕੀਤੇ ਜਾ ਸਕਦੇ ਨੇ। ਤੇ ਉਮੀਦ ਕਰਾਂਗਾ ਤੁਸੀਂ ਮੇਰਾ ਸਾਥ ਦਿਓਗੇ ਹਮੇਸ਼ਾ ਦੀ ਤਰ੍ਹਾਂ। ਨਸਲਕਸ਼ੀ ਦੇ ਬਹੁਤ ਸਾਰੇ ਫਾਇਦੇ ਨੇ। ਇੱਕ ਫਾਰਮਰ ਦੀ ਦੁੱਧ ਦੀ ਪੈਦਾਵਾਰ 'ਚ ਇਜ਼ਾਫਾ ਹੁੰਦਾ ਹੈ। ਜਾਨਵਰ ਬਿਮਾਰੀਆਂ ਦੇ ਖਿਲਾਫ ਜ਼ਿਆਦਾ ਮਜ਼ਾਮਤ ਰੱਖਦੇ ਨੇ, ਉਹਨਾਂ ਦੀ ਵਜ਼ਨ ਵਿੱਚ ਬੜੋਤਰੀ ਹੁੰਦੀ ਹੈ ਤੇ ਬੱਚੇ ਪੈਦਾ ਹੁੰਦੇ ਨੇ, ਜਿਹਦੀ ਵਜ੍ਹਾ ਨਾਲ ਫਾਰਮਰ ਨੂੰ ਮੁਆਸ਼ੀ ਫਾਇਦਾ ਹਾਸਲ ਹੁੰਦਾ ਹੈ। ਜਦੋਂ ਵੀ ਕੋਈ ਜਾਨਵਰ ਫਾਰਮ 'ਤੇ ਜਾਂ ਮੇਰੇ ਜ਼ਿਮੀਂਦਾਰ ਭਰਾ ਦੇ ਡੇਰੇ ਦੇ ਹੀਟ 'ਚ ਆਉਂਦਾ ਹੈ, ਮੁਖਤਲਿਫ ਕਿਸਮ ਦੀਆਂ ਅਲਾਮਤ ਸ਼ੋ ਕਰਦਾ ਹੈ। ਮਸਲਨ ਦਮ ਨੂੰ ਬਾਰ-ਬਾਰ ਹਿਲਾਉਂਦਾ ਹੈ, ਰਾਲ ਟਪਕਣਾ, ਦੂਸਰੇ ਜਾਨਵਰਾਂ ਦੇ ਉੱਪਰ ਚੜ੍ਹਦਾ ਹੈ, ਪਿਸ਼ਾਬ ਜ਼ਿਆਦਾ ਕਰਦਾ ਹੈ, ਦੁੱਧ ਦੀ ਪੈਦਾਵਾਰ ਕਮ ਕਰ ਦਿੰਦਾ ਹੈ। ਕੋਈ ਵੀ ਜਾਨਵਰ ਜਦੋਂ ਹੀਟ 'ਚ ਆਉਂਦਾ ਹੈ ਨਾ, ਉਹਦੇ ਹੀਟ ਦਾ ਆਉਣ ਤੋਂ ਬਾਅਦ ਤਕਰੀਬਨ 12 ਤੋਂ 18 ਘੰਟੇ ਦੇ ਅੰਦਰ ਉਹਦੀ ਨਸਲਕਸ਼ੀ ਕਰਵਾਉਣੀ ਚਾਹੀਦੀ ਹੈ, ਜਾਂ ਆਰਟੀਫਿਸ਼ੀਅਲ ਇਨਸੈਮੀਨੇਸ਼ਨ ਕਰਵਾਉਣੀ ਚਾਹੀਦੀ ਹੈ, ਜਾਂ ਕਿਸੇ ਨਰ ਜਾਨਵਰ ਕੋਲੋਂ ਉਹਨੂੰ ਕ੍ਰਾਸ ਕਰਵਾਉਣਾ ਚਾਹੀਦਾ ਹੈ। ਨਸਲਕਸ਼ੀ ਕਰਵਾਉਣ ਤੋਂ ਪਹਿਲੇ ਜਾਨਵਰ ਦੇ ਬਾਰੇ ਕੁਝ ਥੋੜ੍ਹੀਆਂ ਜਿਹੀਆਂ एहतियाती तदाबीर ने। जानवर सेहतमंद होना चाहिए, ਉਹਨੂੰ ਕੋਈ ਇਨਫੈਕਸ਼ਨ ਨਹੀਂ ਹੋਣਾ ਚਾਹੀਦਾ, ਉਹਦੀ ਵੈਕਸੀਨੇਸ਼ਨ ਮੁਕੰਮਲ ਹੋਣੀ ਚਾਹੀਦੀ ਹੈ ਤੇ ਨਸਲਕਸ਼ੀ ਤੋਂ ਬਾਅਦ ਜਾਨਵਰ ਨੂੰ ਮੁਕੰਮਲ ਆਰਾਮ ਹੋਣਾ ਚਾਹੀਦਾ ਹੈ, ਉਹਦੀ ਮਤਵਾਜ਼ਨ ਖੁਰਾਕ ਹੋਣੀ ਚਾਹੀਦੀ ਹੈ, ਉਹਨੂੰ ਪਾਣੀ ਦੀ ਫਰਾਹਮੀ ਹੋਣੀ ਚਾਹੀਦੀ ਹੈ। 21 ਦਿਨ ਦੇ ਅੰਦਰ ਦੁਬਾਰਾ ਹੀਟ 'ਚ ਨਾ ਆਏ, ਉਹਨੂੰ ਹਾਮਲਾ ਹੋਣ ਦੇ ਇਮਕਾਨਾਤ ਫਿਰ ਜ਼ਿਆਦਾ ਹੋ ਜਾਂਦੇ ਨੇ। ਅਗਰ ਕੋਈ ਜਾਨਵਰ ਬਾਰ-ਬਾਰ ਆਰਟੀਫਿਸ਼ੀਅਲ ਇਨਸੈਮੀਨੇਸ਼ਨ ਜਾਂ ਕ੍ਰਾਸ ਕਰਾਉਣ ਤੋਂ ਬਾਰ-ਬਾਰ ਰਿਪੀਟ ਹੋ ਰਿਹਾ ਤੇ ਉਹਦੇ ਰਹਿਮ ਦੀ ਸਫਾਈ ਕਰਵਾਉਣੀ ਚਾਹੀਦੀ ਹੈ, ਉਹਨੂੰ ਅੱਛੀ ਖੁਰਾਕ ਦੇਣੀ ਚਾਹੀਦੀ ਹੈ, ਉਹਨੂੰ ਮਿਨਰਲ ਮਿਕਸਚਰ ਦੇਣੇ ਚਾਹੀਦੇ ਨੇ ਔਰ ਕਿਸੇ ਵੀ ਡਾਕਟਰ ਨੂੰ ਬੁਲਾ ਕੇ ਉਹਦਾ ਤਬੀ ਮੁਆਇਨਾ ਵੀ ਕਰਵਾਉਣਾ ਚਾਹੀਦਾ ਹੈ। ਜਾਨਵਰਾਂ ਦੇ ਨਸਲਕਸ਼ੀ ਦੇ ਉੱਤੇ ਮੌਸਮ ਦਾ ਬੜਾ ਅਸਰ ਹੈ। ਜ਼ਿਆਦਾ ਸਰਦੀ, ਜ਼ਿਆਦਾ ਗਰਮੀ ਇਹਨਾਂ ਨੂੰ ਬਹੁਤ ਮੁਤਾਸਰ ਕਰਦੀ ਹੈ ਤੇ ਲਿਹਾਜ਼ਾ ਬਹਾਰ ਦਾ ਮੌਸਮ ਤੇ ਖਜ਼ਾਂ ਦਾ ਮੌਸਮ ਇਸ ਕੰਮ ਵਾਸਤੇ ਬਹੁਤ ਬਿਹਤਰੀਨ ਨੇ। ਜਾਨਵਰ ਦੇ ਠਹਿਰਨ ਦੇ ਬਹੁਤ ਜ਼ਿਆਦਾ ਚਾਂਸਿਸ ਹੁੰਦੇ ਨੇ। ਜਦੋਂ ਵੀ ਕੋਈ ਜਾਨਵਰ ਬਾਰ-ਬਾਰ ਕ੍ਰਾਸ ਕਰਾਉਣ ਤੋਂ ਬਾਅਦ ਠਹਿਰ ਨਹੀਂ ਰਿਹਾ ਹੁੰਦਾ, ਇਹ ਬਹੁਤ ਵੱਡੇ ਪਰੇਸ਼ਾਨੀ ਦਾ ਬਾਇਸ ਬਣਦਾ ਹੈ ਤੇ ਜਿਹਦੀਆਂ ਕੋਈ ਵਜੂਹਾਤ ਹੋ ਸਕਦੀਆਂ ਨੇ। ਮਸਲਨ ਗ਼ਜ਼ਾ ਦੀ ਕਮੀ ਹੋ ਸਕਦੀ ਹੈ, ਖੁਰਾਕ ਮਿਨਰਲ, ਪ੍ਰੋਟੀਨ, ਤਵਾਨਾਈ ਦੀ ਕਮੀ ਹੋ ਸਕਦੀ ਹੈ, दूध पिलाने ਦੇ ਦੌਰਾਨ ਹਾਰਮੋਨਸ ਨਿਜ਼ਾਮ ਜਿਹੜਾ ਮੁਤਾਸਰ ਹੋ ਸਕਦਾ ਹੈ, ਤਲੀਦੀ ਨਿਜ਼ਾਮ 'ਚ ਖਰਾਬੀ ਹੋ ਸਕਦੀ ਹੈ, ਪੇਚੀਦਗੀ ਪਿਛਲੀ ਡਿਲੀਵਰੀ ਦੇ ਵਿੱਚ ਕੋਈ ਪੇਚੀਦਗੀ ਹੋ ਸਕਦੀ ਹੈ, ਮੁਸਲਸਲ ਇਨਫੈਕਸ਼ਨ ਜਾਂ ਜਿਸਮਾਨੀ ਕਮਜ਼ੋਰੀ ਹੋ ਸਕਦੀ ਹੈ, ਮੁਨਾਸਬ ਧੂਪ ਜਾਂ ਪਾਣੀ ਜਾਂ ਜ਼ਿਆਦਾ ਸਰਦ ਮੌਸਮ ਮਾਹੌਲ ਦਾ ਹੋਣਾ ਹੋ ਸਕਦਾ ਹੈ ਜੀ। ਸਭ ਤੋਂ ਪਹਿਲੇ ਅਗਰ ਤੁਹਾਡਾ ਜਾਨਵਰ ਬਾਰ-ਬਾਰ ਕ੍ਰਾਸ ਕਰਾਉਣ ਦੇ ਬਾਵਜੂਦ ਠਹਿਰ ਨਹੀਂ ਰਿਹਾ ਤਾਂ ਉਹਦੀ ਖੁਰਾਕ 'ਤੇ ਤਵੱਜੋ ਦੇਣੀ ਚਾਹੀਦੀ। ਉਹਨੂੰ ਵੰਡੇ ਦਾ ਯੂਜ਼ ਕਰਨਾ ਚਾਹੀਦਾ, ਮਿਨਰਲ ਮਿਕਸਚਰ ਦਾ ਯੂਜ਼ ਕਰਨਾ ਚਾਹੀਦਾ, ਨਮਕ ਦਾ ਯੂਜ਼ ਕਰਨਾ ਚਾਹੀਦਾ, ਕੈਲਸ਼ੀਅਮ ਦਾ ਯੂਜ਼ ਕਰਨਾ ਚਾਹੀਦਾ, DCP ਦਾ ਯੂਜ਼ ਕਰਨਾ ਚਾਹੀਦਾ, ਚਿਲੇਟਡ ਮਿਨਰਲ ਦਾ ਯੂਜ਼ ਕਰਨਾ ਚਾਹੀਦਾ, ਰੀਪਰੋਡਕਸ਼ਨ ਬੂਸਟਰ ਲਗਾਉਣੇ ਚਾਹੀਦੇ ਨੇ, ਵਿਟਾਮਿਨ AD3 ਦੇਣਾ ਚਾਹੀਦਾ ਹੈ। ਠੀਕ ਹੈ, ਉਸ ਤੋਂ ਬਾਅਦ ਉਹਨੂੰ ਰੈਗੂਲਰ ਜਿਹੜਾ ਹੈਗਾ ਨਾ ਉਹਦਾ ਅਲਟਰਾਸਾਊਂਡ ਕਰਵਾ ਕੇ ਚੈੱਕ ਕਰਨਾ ਚਾਹੀਦਾ। ਤੇ ਉਮੀਦ ਹੈਗੀ ਹੈ ਸਭ ਕੁਝ ਕਰਨ ਤੋਂ ਬਾਅਦ ਜਾਨਵਰ ਤੁਹਾਡਾ 2 ਮਹੀਨੇ ਦੇ ਅੰਦਰ ਹੀਟ 'ਚ ਆ ਜਾਏਗਾ। ਸਾਰੇ ਅਮਲ ਦੇ ਦੌਰਾਨ ਉਹਨੂੰ ਹੀਟ ਡਿਟੈਕਸ਼ਨ ਪੈਨ ਔਰ ਹੀਟ ਡਿਟੈਕਸ਼ਨ ਟੇਪ ਦਾ ਇਸਤੇਮਾਲ ਕੀਤਾ ਜਾਂਦਾ। ਇਹਦੇ ਵਿੱਚ ਹੀਟ ਡਿਟੈਕਸ਼ਨ ਪੈਨ ਜਿਹੜਾ ਹੁੰਦਾ ਉਹਦੇ ਨਾਲ ਉਹਦੀ ਕੋਈ ਸਿਆਹੀ ਉਹਦੀ ਦੁਮ 'ਤੇ ਲਾ ਦਿੱਤੀ ਜਾਂਦੀ ਹੈ, ਜਿਹਦੇ ਨਾਲ ਇਹ ਪਤਾ ਚੱਲਦਾ ਕਿ ਉਹਦੇ 'ਤੇ ਕੋਈ ਦੂਸਰਾ ਜਾਨਵਰ ਨੇ ਕੋਈ ਚੜ੍ਹਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਕ੍ਰਾਸ ਕਰਨ ਵਾਸਤੇ। ਜਾਂ ਉਹਦੀ ਟੇਲ ਉੱਤੇ ਹੀਟ ਡਿਟੈਕਸ਼ਨ ਟੇਪ ਲਾ ਦਿੱਤੀ ਜਾਂਦੀ ਹੈ। ਜਦੋਂ ਕੋਈ ਦੂਸਰਾ ਜਾਨਵਰ ਉਹਨੂੰ ਡਿਸਟਰਬ ਕਰਦਾ ਤੇ ਉਹਦੀ ਟੇਪ ਦਾ ਕਲਰ ਜਿਹੜਾ ਨਾ ਚੇਂਜ ਹੋ ਜਾਂਦਾ, ਜਿਸ ਤੋਂ ਤੁਹਾਨੂੰ ਪਤਾ ਲੱਗ ਸਕਦਾ ਕਿ ਜਾਨਵਰ ਸਾਡਾ ਹੀਟ 'ਚ ਆ ਗਿਆ ਜਾਂ ਨਹੀਂ ਆ ਗਿਆ। ਜਾਨਵਰ ਨੂੰ ਹੀਟ ਵਿੱਚ ਲਿਆਉਣ ਵਾਸਤੇ ਕੁਝ ਦੇਸੀ ਨੁਸਖੇ ਵੀ ਇਸਤੇਮਾਲ ਕੀਤੇ ਜਾ ਸਕਦੇ ਨੇ, ਜਿਹਦੇ ਵਿੱਚ ਇੱਕ ਪਹਿਲਾ ਨੁਸਖਾ ਜਿਹੜਾ ਮੈਂ ਤੁਹਾਨੂੰ ਦੱਸਣਾ, ਕਲਵੰਜੀ ਤੁਸੀਂ ਲੈਣੀ ਹੈ 25 ਗ੍ਰਾਮ, ਮੇਥੀ ਦਾਣਾ ਲੈਣਾ ਹੈ 50 ਗ੍ਰਾਮ, ਗੁੜ ਲੈਣਾ है 250 ग्राम। इनू सारा पानी 'ਚ गर्म करके जानवर 3 दिन सुबह शाम पिलाना है।
ਦੂਸਰੇ ਨੁਸਖੇ ਦੇ ਵਿੱਚ ਜਨਾਬ ਤੁਸੀਂ ਬੱਕਰੀ ਦਾ ਦੁੱਧ ਲੈਣਾ ਹੈ 250 ml ਤੇ 1 ਚਮਚ ਹਲਦੀ ਪਾਣੀ ਉਹਦੇ 'ਚ ਹਲਕਾ ਗਰਮ ਕਰਕੇ ਰੋਜ਼ਾਨਾ 3 ਦਿਨ ਪਿਲਾਓ। ਇਹਦਾ ਫਾਇਦਾ ਇਹ ਹੋਏਗਾ ਕਿ ਰਹਿਮ ਨੂੰ ਸਾਫ਼ ਕਰ ਦੇਗਾ, ਖਾਸ ਤੌਰ 'ਤੇ ਅਗਰ ਜਾਨਵਰ ਦੀ ਪਿਛਲੀ ਡਿਲੀਵਰੀ ਵਿੱਚ ਕੋਈ ਖਰਾਬੀ ਹੋਈ ਹੈ ਉਹਨੂੰ ਕਲੀਅਰ ਕਰ ਦੇਗਾ। ਇੱਕ ਮਜ਼ੀਦ ਤੁਸੀਂ ਦੇਸੀ ਨੁਸਖਾ ਯੂਜ਼ ਕਰ ਸਕਦੇ ਹੋ ਜਿਹਦੇ ਵਿੱਚ ਥੋੜ੍ਹਾ ਜਿਹਾ ਅਦਰਕ ਲੈ ਕੇ, ਥੋੜ੍ਹਾ ਜਿਹਾ ਲਸਣ ਲੈ ਕੇ, ਹਲਦੀ ਨੂੰ ਮਿਕਸ ਕਰਕੇ ਗਰਮ ਪਾਣੀ ਵਿੱਚ ਘੋਲ ਕੇ ਜਾਨਵਰ ਨੂੰ ਦਿੱਤਾ ਜਾ ਸਕਦਾ ਹੈ। ਇਹਦੀ ਵਜ੍ਹਾ ਨਾਲ ਜਾਨਵਰ ਦਾ ਜਿਹੜਾ ਅੰਦਰ ਹੈ ਨਾ ਗਰਮ ਹੋ ਜਾਏਗਾ ਤੇ ਕੁਦਰਤੀ ਤਰੀਕੇ ਨਾਲ ਜਿਹੜੇ ਉਹਦੇ ਹਾਰਮੋਨ ਜਿਹੜੇ ਨਾਲ ਦੁਬਾਰਾ ਮੁਤਹਰਕ ਹੋ ਜਾਣਗੇ। ਇੱਕ ਸਭ ਤੋਂ ਅਹਿਮ ਗੱਲ, ਤੁਸੀਂ ਇੱਕ ਨਰ ਜਾਨਵਰ ਜਿਹਨੂੰ ਟੀਜ਼ਰ ਬੁੱਲ ਇਫੈਕਟ ਯੂਜ਼ ਕਰ ਸਕਦੇ ਹੋ, ਯਾਨੀ ਕਿ ਇੱਕ ਨਰ ਜਾਨਵਰ ਉਹਨਾਂ ਦੇ ਵਿੱਚ ਛੱਡ ਸਕਦੇ ਹੋ ਜਿਹਦੀ ਵਜ੍ਹਾ ਨਾਲ ਕੁਝ ਜਾਨਵਰ ਜਿਹੜੇ ਨਾਲ ਹੀਟ 'ਚ ਆ ਜਾਂਦੇ ਨੇ। ਅਗਰ ਤੁਸੀਂ ਜਾਨਵਰਾਂ ਵਾਸਤੇ ਕੋਈ ਇੰਜੈਕਸ਼ਨ ਵਗੈਰਾ ਯੂਜ਼ ਕਰਨਾ ਚਾਹ ਰਹੇ ਹੋ ਉਹਨਾਂ ਨੂੰ ਹੀਟ 'ਚ ਲਿਆਉਣ ਵਾਸਤੇ, ਉਹਦੇ ਵਾਸਤੇ 2 ਇੰਜੈਕਸ਼ਨ ਨੇ, ਇੱਕ ਕਨਸੈਪਟਾਲ ਦੇ ਨਾਮ ਤੋਂ, ਇੱਕ ਸਾਈਕਲੋਮੇਟ ਦੇ ਨਾਮ ਤੋਂ। ਕਨਸੈਪਟਾਲ ਦਾ ਜਿਹੜਾ ਇੰਜੈਕਸ਼ਨ ਹੈਗਾ ਨਾ ਇਹ ਤੁਸੀਂ ਆਪਣਾ ਉਹਨੂੰ ਕ੍ਰਾਸ ਕਰਾਉਣ ਤੋਂ ਬਾਅਦ ਵਿੱਚ ਲਾ ਸਕਦੇ ਹੋ ਤੇ ਪਹਿਲੇ ਵੀ ਲਾ ਸਕਦੇ ਹੋ, ਲੇਕਿਨ ਜਿਹੜਾ ਸਾਈਕਲੋਮੇਟ ਦਾ ਇੰਜੈਕਸ਼ਨ ਹੈਗਾ ਇਹ ਤੁਸੀਂ ਕ੍ਰਾਸ ਕਰਾਉਣ ਤੋਂ ਬਾਅਦ ਨਹੀਂ ਲਾ ਸਕਦੇ। ਸਭ ਤੋਂ ਪਹਿਲੇ ਤੁਸੀਂ ਕਨਸੈਪਟਾਲ ਦਾ ਇੰਜੈਕਸ਼ਨ ਲਾਣਾ ਹੈ ਤਕਰੀਬਨ 2 ml ਜਾਨਵਰ ਨੂੰ, 7ਵੇਂ ਦਿਨ ਉਹਨੂੰ ਸਾਈਕਲੋਮੇਟ ਦਾ ਇੰਜੈਕਸ਼ਨ ਲਾਣਾ ਹੈ। ਉਮੀਦ ਕਰਦਾ ਹੀਟ 'ਚ ਆ ਜਾਏਗਾ ਜਾਨਵਰ, ਅਗਰ ਨਾ ਆਏਗਾ ਤਾਂ ਤੁਸੀਂ 9ਵੇਂ ਦਿਨ ਦੁਬਾਰਾ ਫਿਰ ਕਨਸੈਪਟਾਲ ਦਾ ਇੰਜੈਕਸ਼ਨ ਲਾ ਦੇਣਾ ਹੈ। ਬਹੁਤ ਅਰਸੇ ਬਾਅਦ, ਬਹੁਤ ਸਾਲਾਂ ਬਾਅਦ ਦੋਸਤਾਂ ਨਾਲ ਮੁਲਾਕਾਤ ਹੋਈ ਹੈ। ਬਹੁਤ ਦੇਰ ਬਾਅਦ ਮੇਰੀ ਇਹ ਵੀਡੀਓ ਸੀ। ਉਮੀਦ ਕਰਦਾ ਤੁਸੀਂ ਇਹਨੂੰ ਪਸੰਦ ਕਰੋਗੇ ਤੇ ਮੇਰੀ ਮਜ਼ੀਦ ਰਹਿਨੁਮਾਈ ਕਰੋਗੇ ਤਾਂ ਕਿ ਮੈਂ ਇਸ ਸਿਲਸਿਲੇ ਨੂੰ ਜਾਰੀ ਰੱਖਾਂ ਔਰ ਤੁਹਾਡੇ ਨਾਲ ਮੁਲਾਕਾਤ ਦਾ ਸਿਲਸਿਲਾ ਜਿਹੜਾ ਕਿ ਬਹੁਤ ਸਾਲਾਂ ਬਾਅਦ ਦੁਬਾਰਾ ਜੁੜਿਆ ਹੈ